2 ਸਾਲ ਤੋਂ ਦੁੱਧ ਦੇ ਰੇਟ ਉਹੀ ਨੇ, ਪਰ 2 ਸਾਲ ਦੇ ਵਿੱਚ ਜਿਹੜਾ ਪਿਛਲੇ 1 ਸਾਲ ਤੋਂ ਜਿਹੜੇ ਸਾਡੇ ਫੀਡ ਦੇ ਰੇਟ ਆ ਉਹ ਆਲਮੋਸਟ ਡਬਲ ਹੋ ਗਏ ਆ। ਪਿੰਡਾਂ ਵਿੱਚੋਂ ਲੋਕਾਂ ਨੇ ਮੱਝਾਂ ਤਾਂ ਵੇਚਣੀ ਸ਼ੁਰੂ ਕਰਤੀਆਂ, ਵੱਢਣ ਕੱਟਣ ਨੂੰ ਮੱਝਾਂ ਜਾ ਰਹੀਆਂ ਨੇ। ਇਕੱਲੇ ਮਿਲਕ ਫੈਡ ਕੋਲ ਪਿਛਲੇ ਸਾਲ ਦੇ ਮੁਕਾਬਲੇ 3 ਲੱਖ ਲੀਟਰ ਦੁੱਧ ਘੱਟ ਆ। ਲੋਕਾਂ ਨੂੰ ਪਿਓਰ ਦੁੱਧ ਦੇ ਪੈਸੇ ਦੇਣੇ ਪੈਣਗੇ। ਜਿਹੜਾ ਵੱਧ ਮਹਿੰਗਾ ਆਉਂਦਾ ਇਹਦਾ ਮਤਲਬ ਪਿਓਰ ਆ, ਜਿਹੜਾ ਸਸਤਾ ਆਉਂਦਾ ਉਹਦੇ ਵਿੱਚ ਮਿਲਾਵਟ ਆਉਂਦੀ ਆ। ਇਹਨਾਂ ਦੀਆਂ ਮੰਗਾਂ ਤਾਂ ਮੰਨਣੀਆਂ ਹੀ ਪੈਣਗੀਆਂ, ਕਿਉਂਕਿ ਜੇ ਇਹ ਘਾਟੇ 'ਚ ਨੇ ਤਾਂ ਅਸੀਂ ਨਾਲ ਹੀ ਘਾਟੇ 'ਚ ਆ। ਇੱਥੋਂ ਵਾਲੀ ਇੰਡਸਟਰੀ ਨੂੰ ਬਚਾਇਆ ਜਾਵੇ। ਇਹਨਾਂ ਦਾ ਜੇ ਦੁੱਧ ਦਾ ਰੇਟ ਵਧੂਗਾ ਸਾਡੇ ਫਾਰਮਰਸ ਦਾ, ਤਾਂ ਇੰਡਸਟਰੀ ਆਪ ਹੀ ਗਰੋ ਕਰ। ਇੰਡਸਟਰੀ ਦੀ ਸਰਵਾਈਵਲ ਦੀ ਜੇ ਆਪਾਂ ਗੱਲ ਕਰੀਏ ਕਿ ਇੰਡਸਟਰੀ ਦੀ ਸਰਵਾਈਵਲ ਔਖੀ ਹੋ ਇੰਡਸਟਰੀ ਦੀ ਸਰਵਾਈਵਲ ਦਾ ਤਾਂ ਤੁਸੀਂ ਕੁਐਸਚਨ ਹੀ ਨਾ ਕਰੋ। ਸਰਵਾਈਵਲ ਤਾਂ ਹੋ ਹੀ ਨਹੀਂ ਰਹੀ। ਅਸੀਂ ਬ੍ਰੇਕ ਇਵਨ ਤੇ ਵੀ ਨਹੀਂ ਕੰਮ ਕਰ ਰਹੇ। ਸਿੰਘੂ ਬਾਰਡਰ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਚੁੱਕੇ ਨੇ, ਜਿੱਥੇ ਪਹਿਲਾਂ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਧਰਨਾ ਲਗਾਇਆ ਗਿਆ ਸੀ, ਔਰ ਹੁਣ ਇੱਕ ਵਾਰ ਫੇਰ ਤੋਂ ਜੋ ਦੁੱਧ ਉਤਪਾਦਕ ਨੇ ਉਹਨਾਂ ਦੇ ਵੱਲੋਂ ਅੱਜ ਮੋਹਾਲੀ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲਗਾ ਦਿੱਤਾ। ਔਰ ਮੰਗ ਸਿੱਧੀ ਇਹੀ ਹੈ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇੱਥੇ ਹੀ ਪੱਕੇ ਮੋਰਚੇ ਲਗਾ ਦਿੱਤੇ ਜਾਣਗੇ। ਔਰ ਜੇਕਰ ਇੱਥੇ ਹੀ ਪੱਕੇ ਮੋਰਚੇ ਲੱਗਦੇ ਨੇ ਤਾਂ ਉਸ ਦੇ ਨਾਲ ਜੇ ਸਪਲਾਈ ਦੀ ਗੱਲ ਕਰੀਏ ਤਾਂ ਦੁੱਧ ਦੀ ਸਪਲਾਈ ਜਿਹੜੀ ਹੈ ਫਿਰ ਉਹ ਚੰਡੀਗੜ੍ਹ ਹੋਵੇ ਜਾਂ ਪੰਜਾਬ ਹੋਵੇ, ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਸਰ ਜੋ ਹੈ ਉਹ ਪੈਂਦਾ ਹੋਇਆ ਨਜ਼ਰ ਆਊਗਾ। ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੜਕਾਂ ਦੇ ਉੱਤੇ ਨੇ, ਔਰ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿੱਥੇ ਪਹਿਲਾਂ ਮੋਹਾਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ MSP ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ, ਔਰ ਹੁਣ ਜੋ ਦੁੱਧ ਉਤਪਾਦਕ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਅੱਜ ਇਹ ਧਰਨਾ ਦਿੱਤਾ ਗਿਆ। ਔਰ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਜੋ ਕਿਸਾਨ ਨੇ, ਜੋ ਡੇਰੀ ਪ੍ਰੋਡਕਟਸ ਦੇ ਨਾਲ, ਡੇਰੀ ਕਿੱਤੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੱਲੋਂ ਇੱਥੇ ਧਰਨਾ ਜੋ ਹੈ ਉਹ ਦਿੱਤਾ ਜਾ ਰਿਹਾ। ਔਰ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜੋ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਤਾਂ ਤਸਵੀਰਾਂ ਨੇ ਖਾਸ ਤੌਰ ਦੇ ਉੱਤੇ ਮੋਹਾਲੀ ਦੀਆਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਹੈ ਉਹ ਇੱਥੇ ਮੰਗ ਰੱਖੀ ਗਈ ਹੈ। ਕੀ ਕੁਝ ਕਹਿਣਾ ਹੈ, ਕੀ ਕੁਝ ਮੰਗਾਂ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਨੇ, ਗੱਲਬਾਤ ਕਰਦੇ ਹਾਂ। ਮੁੱਖ ਤੌਰ ਦੇ ਉੱਤੇ ਕੀ ਮੰਗ ਹੈਗੀ ਹੈ ਜਿਹੜੀ ਅੱਜ ਤੁਹਾਨੂੰ ਇੱਥੇ ਲੈ ਕੇ ਆਈ ਹੈ, ਔਰ ਵੇਰਕਾ ਮਿਲਕ ਪਲਾਂਟ ਦੇ ਬਾਹਰ ਤੁਸੀਂ ਧਰਨਾ ਲਾਇਆ? ਸਾਡੀ ਜਿਹੜੀ ਪਿਛਲੇ 2 ਸਾਲ ਤੋਂ ਦੁੱਧ ਦੇ ਰੇਟ ਉਹੀ ਨੇ, ਪਰ 2 ਸਾਲ ਦੇ ਵਿੱਚ ਜਿਹੜਾ ਪਿਛਲੇ 1 ਸਾਲ ਤੋਂ ਜਿਹੜੇ ਸਾਡੇ ਫੀਡ ਦੇ ਰੇਟ ਆ ਉਹ ਆਲਮੋਸਟ ਡਬਲ ਹੋ ਗਏ ਆ। ਜਾਣੀ ਕਿ ਤੁਸੀਂ ਇਹ ਦੇਖੋ ਵੀ ਜਿਹੜੀ ਚ ਮੇਜਰ ਪਾਰਟ ਆ, ਜਿਵੇਂ ਸੋਇਆਬੀਨ 3200 ਸੀ ਉਹ ਸਿੱਧੀ 10000 ਤੋਂ ਮੁੜ ਕੇ 7000 ਤੇ, ਉਹ 1 ਸਾਲ ਤੋਂ 7000 ਤੇ ਰਹਿ ਰਹੀ ਹੈ। ਸਰੋਂ ਦੀਆਂ ਖਾਲਾਂ ਜੋ ਵੀ ਗਾਂ ਨੂੰ ਖਿਲਾਉਣ ਲਈ, ਮੱਝ ਨੂੰ ਖਿਲਾਉਣ ਲਈ ਦਿੰਦੇ ਉਹ ਡਬਲ ਹੋ ਗਿਆ। ਤੇਲ ਖਰਚਾ, ਡੀਜ਼ਲ ਡਬਲ ਹੋ ਗਿਆ। ਮਹਿੰਗਾਈ ਦਰ ਸਾਡੇ ਤੇ ਲਾਗੂ ਹੋ ਗਈ। ਰੇਟ ਸਾਡਾ 2 ਸਾਲ ਪਹਿਲਾਂ ਵਾਲਾ ਵਾ। ਹੁਣ ਅਸੀਂ ਫਾਰਮਰ ਆਪਦੇ ਕੋਲ 5-6 ਰੁਪਏ ਲੀਟਰ ਦੁੱਧ ਪਾ ਕੇ ਕਿਵੇਂ ਵੇਚ ਸਕਦਾ? ਪਿੰਡਾਂ ਵਿੱਚੋਂ ਲੋਕਾਂ ਨੇ ਮੱਝਾਂ ਤਾਂ ਵੇਚਣੀ ਸ਼ੁਰੂ ਕਰਤੀਆਂ, ਵੱਢਣ ਕੱਟਣ ਨੂੰ ਮੱਝਾਂ ਜਾ ਰਹੀਆਂ ਨੇ। ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਇਹ ਜਿਹੜਾ ਧੰਦਾ ਡੇਅਰੀ ਦਾ, ਇਹ ਧੰਦਾ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ ਦੇ ਵਿੱਚ ਕਮਰਸ਼ੀਅਲ ਡੇਅਰੀ ਫਾਰਮਿੰਗ ਦਾ ਧੰਦਾ ਖੜਾ ਕਰਕੇ ਪੰਜਾਬ ਨੂੰ ਨੰਬਰ 1 ਤੇ ਲਿਆਂਦਾ। ਜਿੰਨੀ ਕਮਰਸ਼ੀਅਲ ਡੇਅਰੀ ਪੰਜਾਬ ਦੇ ਵਿੱਚ, ਇੰਨੀ ਸਾਰੇ ਹਿੰਦੁਸਤਾਨ 'ਚ। ਪੰਜਾਬ ਦੇ ਕਮਰਸ਼ੀਅਲ ਡੇਅਰੀ ਫਾਰਮਰ ਆਪਣੇ 2 ਕਿਲੋ 4 ਕਿਲੋ ਦੁੱਧ ਉਤਪਾਦਕ ਭਰਾਵਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਡੇਅਰੀ ਕਰਨਾ ਸਿਖਾਉਂਦੇ ਆ। ਇਹ ਸਾਡੀ ਆਰਗੇਨਾਈਜੇਸ਼ਨ PDFA ਵੱਲੋਂ ਕੀਤਾ ਗਿਆ ਸਾਰਾ ਅਰੇਂਜ। ਔਰ ਇਹਦੇ ਵਿੱਚ ਜਿੰਨੇ ਵੀ ਸਾਰੇ ਦੁੱਧ ਉਤਪਾਦਕ ਆ, 2 ਕਿਲੋ 2000 ਲੀਟਰ ਵਾਲੇ ਸਾਰੇ ਦੁੱਧ ਉਤਪਾਦਕ ਨੇ। ਮਤਲਬ ਅੱਜ ਇਹ ਹੋ ਗਿਆ ਵੀ ਸਰਕਾਰ ਜਿਹੜੀ ਕਿ ਕਿਸਾਨੀ ਦੀ ਰੀੜ੍ਹ ਦੀ ਹੱਡੀ ਆ ਦੁੱਧ ਉਤਪਾਦਨ, ਉਹਨੂੰ ਨਹੀਂ ਵਿਚਾਰ ਰਹੀ। ਅਸੀਂ ਸਰਕਾਰ ਨੂੰ ਬੇਨਤੀ ਕੀਤੀ, ਇਹ ਕੋਈ ਗੱਲ ਛੋਟੇ ਜਿਹੇ ਪੈਸੇ, ਥੋੜੇ ਜਿਹੇ ਫੰਡ ਦੀ ਗੱਲ ਸੀਗੀ ਵੀ ਸਰਕਾਰ ਮਦਦ ਕਰਦੀ, ਮਿਲਕ ਫੈਡ ਰੇਟ ਵਧਾਉਂਦਾ, ਸਾਰਿਆਂ ਨੇ ਰੇਟ ਵਧਾ ਦੇਣਾ ਸੀਗਾ। ਔਰ ਇਹ ਤਾਂ ਇੱਕ ਇਹਨਾਂ ਨੇ ਦੇਖੋ ਵੱਡੀ ਗੱਲ ਇਹ ਆ ਵੀ ਅਸੀਂ ਇਹਨਾਂ ਨਾਲ ਮੰਦਾ ਅਸੀਂ ਸਾਥ ਦਿੱਤਾ। ਪਹਿਲਾਂ ਹੀ ਕਰੋਨਾ ਦੇ ਵਿੱਚ ਸਾਨੂੰ ਘਾਟਾ ਪੈਂਦਾ ਹੀ, ਰੌਲਾ ਨਹੀਂ ਪਾਇਆ। 1 ਸਾਲ ਦੇ ਵਿੱਚ ਅਸੀਂ ਫੇਰ ਆਹ ਰੇਟ, ਕੁਦਰਤੀ ਸਰਕਾਰ ਨਵੀਂ ਆਉਣ ਵਾਲੀ ਸੀ, ਹੁਣ ਨਵੀਂ ਆ ਗਈ, ਇਹਨਾਂ ਕੋਲ ਬੇਨਤੀ ਕੀਤੀ, ਪਰ ਅਸੀਂ ਆਪਣਾ ਝੱਲਦੇ ਆਉਂਦੇ ਰਹੇ ਵੀ ਆਪਾਂ ਜਿਹੜਾ ਘਾਟਾ ਵਾ ਅਸੀਂ ਬਰਦਾਸ਼ਤ ਕਰਦੇ ਰਹੇ। ਪਰ ਹੁਣ ਤੁਸੀਂ ਇੱਕ ਦੇਖੋ ਵੀ ਇੱਕ ਚੀਜ਼, ਕੋਈ ਫੈਕਟਰੀ ਦੇ ਵਿੱਚ ਮੰਨ ਲਓ ਸਾਈਕਲ ਬਣਾਉਂਦਾ, ਜੇ ਉਹ ਸਾਈਕਲ 10000 ਦਾ ਬਣਦਾ ਉਹ 9000 ਦਾ ਕਿਵੇਂ ਦੇ ਦੂ? ਪਾਣੀ ਦੀ ਬੋਤਲ ਅਗਰ 15 ਰੁਪਏ ਦੀ ਬਣਦੀ ਹੈ ਤੇ ਉਹ 10 ਰੁਪਏ ਦੀ ਕਿਵੇਂ ਦੇ ਦੂ? ਇਹ ਪੰਜਾਬ ਦੇ ਦੁੱਧ ਉਤਪਾਦਕ ਆ ਜਿਨ੍ਹਾਂ ਨੇ ਆਪਦੇ ਕੋਲੋਂ ਪਾ ਕੇ 1 ਸਾਲ ਲੋਕਾਂ ਨੂੰ ਫ੍ਰੀ ਦੁੱਧ ਦਿੱਤਾ। ਜਦੋਂ ਵੀ ਕਦੇ ਮੀਡੀਆ 'ਚ 2 ਰੁਪਏ ਰੇਟ ਵੱਧ ਜਾਂਦਾ, ਮੀਡੀਆ 'ਚ ਹਾਹਾਕਾਰ ਮਚ ਜਾਂਦੀ। ਉਹ ਵੀ ਤੁਸੀਂ ਜੇ ਅਸਲੀ ਦੁੱਧ ਪੀਣਾ ਕਿਵੇਂ ਪੀਓਗੇ? ਅਸਲੀ ਦੁੱਧ ਉਤਪਾਦਕ ਨੂੰ ਤਾਂ ਪੈਸੇ ਮਿਲਦੇ ਹੀ ਨਹੀਂ, ਉਹ ਤਾਂ ਗਾਈਆਂ ਮੱਝਾਂ ਵੇਚ ਰਿਹਾ ਵਾ, ਫਿਰ ਤੁਸੀਂ ਕਿਹੜਾ ਦੁੱਧ ਪੀਣਾ? ਮਿਲਾਵਟ ਵੀ ਹੋ ਰਹੀ ਹੈ ਫਿਰ ਮਿਲਾਵਟ ਜਿੰਨਾ ਦੇਖੋ ਅੱਜ ਜਿਹੜਾ ਅਸਲੀ ਦੁੱਧ ਨਿਕਲਦਾ ਜਾਊ ਤੇ ਮਿਲਾਵਟ ਵਾਲਾ ਆਉਂਦਾ ਜਾਊ। ਇਕੱਲੇ ਮਿਲਕ ਫੈਡ ਕੋਲ ਪਿਛਲੇ ਸਾਲ ਦੇ ਮੁਕਾਬਲੇ 3 ਲੱਖ ਲੀਟਰ ਦੁੱਧ ਘੱਟ ਆ। ਇਸੇ ਤਰੀਕੇ ਨਾਲ ਸਾਰੀਆਂ ਹੋਰ ਜਿੰਨੇ ਵੀ ਪਲਾਂਟ ਆ ਸਾਰਿਆਂ ਕੋਲ ਘੱਟ ਆ। ਤੇ ਦੁੱਧ ਤਾਂ ਲੋਕ ਤਾਂ ਜਾਨਵਰ ਵੇਚਣ ਲੱਗ ਗਏ, ਸਰਕਾਰਾਂ ਸੁੱਤੀਆਂ ਪਈਆਂ ਵਾ। ਸਰਕਾਰ ਕਿਵੇਂ ਪੂਰਾ ਕਿਵੇਂ ਹੋ ਰਿਹਾ?
ਤੇ 3 ਲੱਖ ਤਾਂ ਹੁਣ ਸ਼ਾਰਟੇਜ ਆ, ਇਹ ਪਾਊਡਰ ਘੋਲ ਕੇ ਹੀ ਪਿਲਾ ਹੋਣਾ। ਹੁਣ ਬੇਰਕਾ ਕੋਲ ਚਲੋ ਹੈਗਾ ਦੁੱਧ, ਪਰ ਇਹ 3 ਲੱਖ ਦੀ ਜਿਹੜੀ ਸ਼ਾਰਟੇਜ ਆ, ਇਹ ਹਜੇ ਅੱਗੇ ਅਗਲੇ 2 ਮਹੀਨੇ ਤੱਕ 5-6 ਲੱਖ ਤੱਕ ਚਲੀ ਜਾਣੀ ਆ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਦੇਖੋ, ਸਭ ਤੋਂ ਵੱਡੀ ਕਿਸਾਨਾਂ ਨਾਲ ਬਦਕਿਸਮਤੀ ਕਿਸਾਨਾਂ ਦੀ ਕੀ ਆ ਵੀ ਇੱਕ ਮਾਰਕੀਟ ਡਾਊਨ ਹੋਵੇ ਤਾਂ ਆਪਾਂ ਮੰਨ ਲਿਆ ਵੀ 2 ਸਾਲ ਮਾਰਕੀਟ ਡਾਊਨ ਸੀਗੀ। ਅੱਜ ਦੁੱਧ ਦੀ ਪ੍ਰਾਈਵੇਟ ਮਾਰਕੀਟ 850 ਰੁਪਏ ਕਿਲੋ ਫੈਟ ਆ ਤੇ ਬੇਰਕਾ ਦੀ 730 ਰੁਪਏ ਆ। ਨੇਵੇਂ ਨੈਸਲੇ ਸਭ ਦੀਆਂ ਆਪਾਂ ਗੱਲਬਾਤ ਕਰ ਰਹੇ ਹਾਂ ਉਸੇ ਦਰਮਿਆਨ ਸਰਕਾਰ ਦਾ ਜੋ ਇਹ ਮੈਸੇਜ ਆਇਆ, ਸਰਕਾਰ ਦੇ ਵੱਲੋਂ ਮੈਸੇਜ ਕਿਹਾ ਗਿਆ, ਕਹਿੰਦੇ ਕਿ 20 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਦੇ ਨਾਲ ਵਾਧਾ ਕੀਤਾ ਗਿਆ ਔਰ ਕਹਿੰਦੇ ਮਿਲਕ ਫੈਟ ਨੇ ਕੀਮਤ ਵਧਾਈ ਹੈ ਤਾਂ ਦੁੱਧ ਉਤਪਾਦਕਾਂ ਦੇ ਲਈ ਵੱਡੀ ਸੁਗਾਤ ਹੈ। ਵੱਡੀ ਸੁਗਾਤ ਮੰਨਦੇ ਇਹਨੂੰ, ਔਰ ਜੇ 20 ਰੁਪਏ ਪ੍ਰਤੀ ਫੈਟ ਦੇ ਹਿਸਾਬ ਨਾਲ ਜੇ ਇਹਨੂੰ ਅਸੀਂ ਟੈਕਨੀਕਲੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿੰਨਾ ਵਾਧਾ ਹੋਇਆ ਹੈ, ਕਿ ਤੁਸੀਂ ਇਸ ਨਾਲ ਸੈਟੀਸਫਾਈਡ ਹੈਗੇ? ਇਹ ਜੀ ਹੋਇਆ ਗਾਈਆਂ ਦੇ ਦੁੱਧ ਦਾ ਤਕਰੀਬਨ 98 ਪੈਸੇ ਰੁਪਈਆ ਹੋਇਆ, ਮੱਝਾਂ ਦੇ ਦੁੱਧ ਦਾ 100 ਰੁਪਈਆ ਹੋਇਆ। ਅਸੀਂ ਬਿਲਕੁਲ 5 ਰੁਪਏ ਮੰਗ ਰਹੇ ਇਹਨਾਂ ਕੋਲੋਂ, 100 ਰੁਪਈਆ ਕਿਲੋ ਫੈਟ ਅਸੀਂ ਮੰਗ ਰਹੇ ਹਾਂ। ਇਹਦੇ ਨਾਲ ਅਸੀਂ ਸਰਵਾਈਵਲ ਲਾਉਣੀ ਹੈ, ਇਹ 'ਚ ਬਚਣਾ ਕੁਝ ਨਹੀਂ। ਅਸੀਂ ਸਰਵਾਈਵ ਕਰ ਲਾਂਗੇ ਇਹਦੂਗਾ ਮਾਰਕੀਟ ਨੇ ਆਪੇ ਰੇਟ ਵਧਾ ਦੇਣਾ। ਅਸੀਂ ਕੋਈ ਨਜਾਇਜ਼ ਮੰਗ ਨਹੀਂ ਮੰਗ ਰਹੇ। ਤੁਸੀਂ ਇੱਕ ਦੇਖੋ 50,000 ਤੋਂ ਵੱਧ ਫਾਰਮਰ ਤਾਂ ਪਹੁੰਚ ਚੁੱਕਿਆ, ਹਜੇ ਜਾਮ 8-10 ਕਿਲੋਮੀਟਰ ਤੱਕ ਲੱਗੇ ਪਏ ਆ। ਲੋਕ ਸਾਰਿਆਂ ਨੇ ਆ ਕੇ ਚੰਡੀਗੜ੍ਹ ਘੇਰ ਲਿਆ ਜੀ, ਔਰ ਇਹ ਇੰਨਾ ਦੁੱਧ ਉਤਪਾਦਕ ਦੁਖੀ ਹੈ। ਜੇ ਸਰਕਾਰ ਹਜੇ ਵੀ ਨਹੀਂ ਮਤਲਬ ਇਹਨਾਂ ਨੂੰ ਸਮਝ ਆਉਂਦੀ ਹੈਗੀ ਵੀ ਅਸੀਂ ਕਿਸਾਨਾਂ ਦੇ ਨਾਲ, ਕਿਸਾਨਾਂ ਦੀ ਗੱਲ ਕਿਵੇਂ ਸੁਣਨੀ ਹੈ। ਦੇਖੋ ਜਿਹੜਾ 10 ਕਿਲੋ ਦੁੱਧ ਪੈਦਾ ਕਰਦਾ ਨਾ, ਉਹਦੀ ਰਸੋਈ ਚੱਲਦੀ ਆ 5 ਕਿਲੋ ਦੁੱਧ ਪੈਦਾ ਕਰਨ ਵਾਲੀ। ਦੁੱਧ ਨਾਲ ਖੇਤੀ ਉਹਦੀ 6 ਮਹੀਨੇ ਆ, ਜਿਨ੍ਹਾਂ ਦਾ ਸਹਾਇਕ ਧੰਦਾ, ਜਿਨ੍ਹਾਂ ਦਾ ਮੁੱਖ ਧੰਦਾ ਵਾ, ਉਹ ਮੁੱਖ ਧੰਦੇ ਵਾਲੇ ਜਿਹੜੇ ਹੈਗੇ ਆ, ਉਹ ਮੁੱਖ ਧੰਦੇ ਵਾਲੇ ਜਿਵੇਂ ਅਸੀਂ, ਸਾਡਾ ਡੇਅਰੀ ਫਾਰਮ ਮੇਨ ਮੁੱਖ ਧੰਦਾ, ਸਾਡਾ ਸਹਾਇਕ ਧੰਦਾ ਖੇਤੀ ਆ। ਕਿਸਾਨ ਆ ਸਹਾਇਕ ਤੇ ਮੁੱਖ ਧੰਦੇ ਵਾਲੇ ਅੱਜ ਬਿਲਕੁਲ ਸੜਕਾਂ ਤੇ ਆ ਕੇ ਜਾਨਵਰ ਵੇਚਣ ਲੱਗੇ ਹੋਏ ਆ। ਜਾਨਵਰ ਵਿਕਦੇ ਨਹੀਂ ਹੈਗੇ, ਮੱਝਾਂ ਕੱਟਣ ਲਈ ਜਾਈ ਜਾਂਦੀਆਂ, ਤੇ ਫਿਰ ਦੁੱਧ ਆਊਗਾ ਕਿੱਥੋਂ? ਇਹਦੇ ਨਾਲ ਮਿਲਾਵਟਖੋਰੀ ਵਧੂਗੀ, ਅਡਲਟ੍ਰੇਸ਼ਨ ਵਧੂਗੀ। ਸ਼ਹਿਰਾਂ ਵਾਲਿਆਂ ਨੂੰ ਵੀ ਅਸੀਂ ਤਾਂ ਬੇਨਤੀ ਕਰਦੇ ਹਾਂ, ਭਰਾਵਾਂ ਨੂੰ, ਜਿਨ੍ਹਾਂ ਨੂੰ ਅਸੀਂ ਕਿਹਾ ਵੀ ਇਹ ਤੁਸੀਂ ਘੱਟੋ ਘੱਟ ਇਹ ਜੇ ਅਸਲੀ ਦੁੱਧ ਪੀਣਾ ਤਾਂ ਸਾਨੂੰ ਕੀਮਤ ਦੇਣੀ ਪਊਗੀ। ਤੁਹਾਨੂੰ ਕੀਮਤ ਦਿਓ। 2-2 ਰੁਪਏ ਦੇ ਤਾਂ ਗੋਲ ਗੱਪੇ ਤੁਸੀਂ 200 ਰੁਪਏ ਦੇ ਜਵਾਕ ਨੂੰ ਸਵੇਰੇ ਸਾਜਰੇ ਉੱਠ ਕੇ ਤੁਸੀਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਆ, ਦਹੀਂ ਖਿਲਾਉਂਦੇ ਆ, ਉਦੋਂ ਬਾਅਦ ਸ਼ਾਮ ਨੂੰ ਦੁੱਧ ਪਿਲਾ ਕੇ ਪਾਉਂਦੇ ਆ। ਉਹ ਤਾਂ ਤੁਸੀਂ ਜ਼ਹਿਰ ਪੀਣਾ ਚਾਹੁੰਦੇ ਆ। ਅਸਲੀ ਦੁੱਧ ਦੇ ਪੈਸੇ ਦਿਓ, ਕੰਪਨੀਆਂ ਨੇ ਦਿਓ ਵਧੀਆ, ਜਿੱਥੇ ਤੁਹਾਨੂੰ ਲੱਗਦਾ ਵੀ ਦੁੱਧ ਪਿਓਰ ਆ। ਗੱਲ ਹੈਗੀ ਕਿ ਲੋਕ ਆਪ ਵੀ ਕਸੂਰਵਾਰ ਨੇ। ਦੁੱਧ ਤਾਂ ਸਸਤਾ ਚਾਹੀਦਾ ਹੈ, ਘੱਟ ਰੇਟਾਂ 'ਚ ਚਾਹੀਦਾ ਹੈ, ਪਰ ਕਹਿੰਦੇ ਕਿ ਚਾਹੀਦਾ ਪਿਓਰ ਹੈ। ਜੇ ਮਿਲਾਵਟ ਨਹੀਂ ਹੋਣੀ ਤਾਂ ਉਹਦੇ ਵਾਸਤੇ ਰੇਟ ਵੀ ਵੱਧ ਦੇਣੇ ਪੈਣਗੇ। ਤਾਂ ਲੋਕਾਂ ਨੂੰ ਕੀ ਅਪੀਲ ਹੈ ਤੁਹਾਡੀ ਕਿ ਤੁਹਾਡਾ ਸਹਿਯੋਗ ਕਿਸ ਤਰੀਕੇ ਦੇ ਨਾਲ ਆ ਕੇ ਕਰਨ ਤਾਂ ਕਿ ਉਹਨਾਂ ਨੂੰ ਵੀ ਸ਼ੁੱਧ ਚੀਜ਼ ਜਿਹੜੀ ਹੈ ਉਹ ਤੁਹਾਡੇ ਵੱਲੋਂ ਦਿੱਤੀ ਜਾਵੇ? ਦੇਖੋ ਜੀ, ਲੋਕਾਂ ਨੂੰ ਪਿਓਰ ਦੁੱਧ ਦੇ ਪੈਸੇ ਦੇਣੇ ਪੈਣਗੇ। ਜਿਹੜਾ ਵੱਧ ਮਹਿੰਗਾ ਆਉਂਦਾ ਇਹਦਾ ਮਤਲਬ ਪਿਓਰ ਆ, ਇਹ ਗੱਲ ਸਮਝ ਲਓ। ਜਿਹੜਾ ਸਸਤਾ ਆਉਂਦਾ ਉਹਦੇ ਵਿੱਚ ਮਿਲਾਵਟ ਆਉਂਦੀ ਆ। ਜਿਵੇਂ ਤੁਸੀਂ ਬ੍ਰਾਂਡਡ ਮਿਲਕ ਆ ਜਾਂ ਕੋਈ ਬੰਦੇ ਫਾਰਮਰ ਆਪ ਪੈਕ ਕਰਕੇ ਲਿਆਉਂਦੇ ਆ, ਉਹਨਾਂ ਤੋਂ ਦੁੱਧ ਲਓ। ਜਿਵੇਂ ਹੁਣ ਪਨੀਰ ਦੀ ਗੱਲ ਆ ਜੀ, ਪਨੀਰ ਇੱਕ ਅਡਲਟ੍ਰੇਸ਼ਨ ਦਾ ਸਭ ਤੋਂ ਵੱਡਾ ਕਾਰਨ ਆ। ਉਹਦੇ ਵਿੱਚ ਅੱਜ ਪਨੀਰ ਜੇ 5 ਕਿਲੋ ਦੁੱਧ ਤੋਂ ਬਣਦਾ, ਉਹਦੀ 250 ਰੁਪਈਆ ਕੀਮਤ ਆ। 30 ਰੁਪਈਏ ਨਾਲ ਜੋੜ ਕੇ 280 ਰੁਪਏ 'ਚ ਪਨੀਰ ਬਣਦਾ ਤੇ 350 ਰੁਪਏ ਤੋਂ ਘੱਟ ਮਾਰਕੀਟ 'ਚ ਵਿਕ ਨਹੀਂ ਸਕਦਾ। ਤੁਸੀਂ ਕੈਟਰਿੰਗ ਕਰਾਉਣੇ ਆ ਸਾਰੇ ਜਣੇ, ਤੁਹਾਨੂੰ ਕੈਟਰਰ ਪਨੀਰ ਦੇ ਕੇ ਦਿੰਦਾ 180 ਰੁਪਏ। ਤੁਹਾਨੂੰ ਉਹ ਜਿਹੜੇ ਪਨੀਰ 180-200 ਰੁਪਏ ਮਿਲ ਰਿਹਾ, ਉਹ ਸਾਰਾ ਅਡਲਟ੍ਰੇਟਡ ਪਨੀਰ ਆ। ਇਹ ਕਿਉਂਕਿ ਹਲਵਾਈ ਵੀ ਪਹਿਲਾਂ ਪਨੀਰ ਬਣਾਉਂਦੇ ਸੀ, ਜਦੋਂ ਹਲਵਾਈਆਂ ਨੇ ਦੇਖਿਆ ਵੀ ਚੰਗੇ ਹਲਵਾਈ ਅੱਜ ਵੀ ਬਣਾਉਂਦੇ ਆ, ਪਰ ਜਿਹੜੇ ਮਾੜੇ ਹਲਵਾਈ ਆ ਉਹ ਦੇਖਿਆ ਵੀ ਉਹ 200 ਨੂੰ ਦੇਈ ਜਾਂਦਾ ਤੇ ਚੰਗੇ ਤੋਂ ਕੋਈ ਲੈਣ ਨਹੀਂ ਜਾਂਦਾ। ਇਹ ਅਸੀਂ ਖਪਤਕਾਰ ਨੂੰ ਸੋਚਣਾ ਪਊ ਵੀ ਅਸੀਂ ਪਿਓਰ ਚੀਜ਼ ਲੈਣੀ ਆ, ਪਿਓਰ ਪੈਸੇ ਦੇਣੇ ਪੈਣਗੇ। ਇਸ ਕਰਕੇ ਜੇ ਪਨੀਰ ਵੀ ਲੈਣਾ ਬ੍ਰਾਂਡਡ ਲਓ, ਜਾਂ ਘਰੇ ਆਪ ਬਣਵਾਓ, ਜਾਂ ਆਪਣੇ ਵਧੀਆ ਹਲਵਾਈ ਤੋਂ ਲਓ, ਜਾਂ ਕਿਸੇ ਬ੍ਰਾਂਡਡ ਕੰਪਨੀ ਤੋਂ ਲਓ। ਜਿਹੜੇ ਇਹ ਖੁੱਲੇ ਨੀਲੇ ਡੱਬੇ ਬਲੂ ਕਲਰ ਦੇ ਜਿਹੜੇ ਡਰਮਾਂ ਦੇ ਵਿੱਚ ਪਨੀਰ ਆਉਂਦਾ ਨਾ, ਇਹ ਕੈਟਰਿੰਗ ਵਾਲੇ, ਇਹਦੇ 'ਚ ਕੈਟਰਰ ਵੀ ਦੋਸ਼ੀ ਨੇ, ਇਹਦੇ ਵਿੱਚ ਖਪਤਕਾਰ ਵੀ ਦੋਸ਼ੀ ਹੈ। ਤੁਸੀਂ ਤਾਂ ਇੱਥੇ ਪਹੁੰਚੀ ਹੋ, ਅੱਜ ਇੰਡਸਟਰੀ ਵੀ ਨਾਲ ਖੜੀ ਤੁਹਾਡੇ ਨਜ਼ਰ ਆ ਰਹੀ ਹੈ। ਇੰਡਸਟਰੀ ਦੀ ਕੀ ਮੁੱਖ ਤੌਰ ਦੇ ਉੱਤੇ ਮੰਗ ਹੈਗੀ ਹੈ? ਤੁਹਾਡੇ ਵੱਲੋਂ ਕਿਉਂ ਨਾਲ ਸਹਿਯੋਗ ਦਿੱਤਾ ਜਾ ਰਿਹਾ? ਅਕਸਰ ਵੇਖਦੇ ਹਾਂ ਕਿ ਅਸੀਂ ਬਿਆਨਾਂ ਦੇ ਵਿੱਚ ਜ਼ਰੂਰ ਹੁੰਦਾ ਜਦੋਂ ਕਿਸਾਨ ਧਰਨਿਆਂ ਦੇ ਵਿੱਚ ਸੀ, ਆੜ੍ਹਤੀਆਂ ਨਾਲ ਆ ਗਏ ਸੀ, ਪਰ ਅੱਜ ਜੇ ਇੱਥੇ ਕਿਸਾਨ ਪਹੁੰਚੇ ਨੇ, ਇੰਡਸਟਰੀ ਕੀ ਨਾਲ ਆਪਣਾ ਸੁਨੇਹਾ ਲੈ ਕੇ, ਆਪਣੀਆਂ ਮੰਗਾਂ ਲੈ ਕੇ ਇੱਥੇ ਖੜੀ ਹੋਈ? ਆਲ ਫੀਡ ਮਿਲਰਜ਼ ਐਸ ਪੰਜਾਬ ਦੀ, ਜਿਹਦੀ ਮੈਂ ਨੁਮਾਇੰਦਗੀ ਕਰਦਾ, ਮੈਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਇਹਨਾਂ ਦੀਆਂ ਮੰਗਾਂ ਤਾਂ ਮੰਨਣੀਆਂ ਹੀ ਪੈਣਗੀਆਂ, ਕਿਉਂਕਿ ਜੇ ਇਹ ਘਾਟੇ 'ਚ ਨੇ ਤਾਂ ਅਸੀਂ ਨਾਲ ਹੀ ਘਾਟੇ 'ਚ ਆ। ਅਸੀਂ ਵੀ ਆਪਣੇ ਜਵਾਕ ਜਿਹੜੇ ਬੱਚੇ ਪਾਲਣੇ ਆ ਜਾਂ ਇੰਡਸਟਰੀ ਚਲਾਉਣੀ ਆ, ਬੇਰੋਜ਼ਗਾਰੀ ਨੂੰ ਜਾਂ GST ਇਹਨਾਂ ਸਰਕਾਰ ਨੂੰ ਪੇ ਕਰ ਰਹੇ ਆ। ਉਹਦਾ ਇੱਕ ਵੱਡਾ ਕਾਰਨ ਆ ਕਿ ਸਾਡੀ ਕੋਲ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਫੀਡ ਵੇਚ ਕੇ ਹੀ ਆ। ਅਗਰ ਇਹ ਮਤਲਬ ਕਿ ਘਾਟੇ 'ਚ ਨੇ ਤਾਂ ਅਸੀਂ ਨਾਲ ਹੀ ਘਾਟੇ 'ਚ ਹੋ ਜਾਣਾ। ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਬਾਹਰੋਂ ਇੰਡਸਟਰੀ ਲੈ ਕੇ ਆਉਣ ਦੇ ਲਈ ਅਸੀਂ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਪੰਜਾਬ ਦੀ ਇੰਡਸਟਰੀ ਜੇ ਇਸੇ ਤਰੀਕੇ ਨਾਲ ਰਹੀ ਤਾਂ ਇੱਕ ਬਹੁਤ ਵੱਡੀ ਲੌਬੀ ਨੂੰ ਇਹ ਡਾਊਨ ਦੇਖਣਗੇ। ਬੇਰੋਜ਼ਗਾਰੀ, ਇੱਕ ਬੰਦੇ ਕੋਲੇ ਕਿੰਨੇ ਲੇਬਰ, ਕਿੰਨੇ ਲੇਬਰ ਕੰਮ ਕਰਦੇ, ਕਿੰਨੇ ਉਹਦੇ ਨੁਮਾਇੰਦੇ ਕੰਮ ਕਰਦੇ ਨੇ, ਕਿੰਨਾ ਉਹ ਸਰਕਾਰ ਨੂੰ ਟੈਕਸ ਪੇ ਕਰਦੇ ਨੇ। ਸਰਕਾਰ ਨੂੰ ਇਹਦੇ ਲਈ ਬਹੁਤ ਜ਼ਿਆਦਾ ਸੋਚਣਾ ਪਏਗਾ ਕਿ ਬਾਹਰੋਂ
ਆਪਾਂ ਡੈਲੀਗੇਟ ਲੈ ਕੇ ਆਈਏ ਵੀ ਇੱਥੇ ਇੰਡਸਟਰੀ ਪੈਦਾ ਕਰੋ ਇੱਥੋਂ ਵਾਲੀ ਇੰਡਸਟਰੀ ਨੂੰ ਬਚਾਇਆ ਜਾਵੇ। ਇਹਨਾਂ ਦਾ ਜੇ ਦੁੱਧ ਦਾ ਰੇਟ ਵਧੂਗਾ ਸਾਡੇ ਫਾਰਮਰਸ ਦਾ ਤਾਂ ਇੰਡਸਟਰੀ ਆਪ ਹੀ ਗਰੋ ਕਰੇ। ਇੰਡਸਟਰੀ ਦੀ ਸਰਵਾਈਵਲ ਦੀ ਜੇ ਆਪਾਂ ਗੱਲ ਕਰੀਏ ਕਿ ਇੰਡਸਟਰੀ ਦੀ ਸਰਵਾਈਵਲ ਔਖੀ ਹੋ ਰੱਖੀ, ਇੰਡਸਟਰੀ ਦੀ ਸਰਵਾਈਵਲ ਦਾ ਤਾਂ ਤੁਸੀਂ ਕੁਐਸਚਨ ਹੀ ਨਾ ਕਰੋ। ਸਰਵਾਈਵਲ ਤਾਂ ਹੋ ਹੀ ਨਹੀਂ ਰਹੀ। ਅਸੀਂ ਬ੍ਰੇਕ ਇਵਨ ਤੇ ਵੀ ਨਹੀਂ ਕੰਮ ਕਰ ਰਹੇ। ਦੇਖੋ ਇਹ ਮ੍ਰਿਗ ਤ੍ਰਿਸ਼ਨਾ ਨਹੀਂ ਹੁੰਦੀ ਕਿ ਲੱਗਦਾ ਕਿ ਹਰ 15 ਦਿਨਾਂ ਬਾਅਦ ਠੀਕ ਹੋ ਜਾਊਗਾ, ਅਗਲੇ 15 ਦਿਨਾਂ ਬਾਅਦ ਠੀਕ ਹੋ ਜਾਊਗਾ। ਤੁਸੀਂ ਇਹ ਦੇਖੋ ਕਿ ਜਿਹੜੀ ਇੰਡਸਟਰੀ ਆ ਲਾਸਟ 3 ਮਹੀਨੇ ਤੋਂ ਬ੍ਰੇਕ ਇਵਨ ਪੁਆਇੰਟ ਤੇ ਵੀ ਨਹੀਂ ਕੰਮ ਕਰਦੀ। ਨੋ ਪ੍ਰੋਫਿਟ ਨੋ ਲੋਸ ਤੇ ਵੀ ਨਹੀਂ ਕੰਮ ਕਰ ਰਹੇ। ਔਰ ਜਿੰਨੇ ਵੀ ਇੱਕ ਇੰਡਸਟਰੀ ਕੋਲ ਲਾਈਕ ਗੋਕਾ ਹੈ, ਟਿਵਾਨਾ ਹੈ, ਇਹਨਾਂ ਕੋਲ 3-3 400 ਇੰਪਲਾਈ ਹੈ, ਠੀਕ ਹੈ ਨਾ। ਉਹ ਆਪਣੇ ਇੰਪਲਾਈ ਨੂੰ ਟਿਲ ਸੈਲਰੀ ਦੇਣ ਦੇ ਉਹ ਨਹੀਂ ਫੁੱਲਫਿਲ ਨਹੀਂ ਕਰ ਕੈਪੇਬਲ ਨਹੀਂ ਹੈਗੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਹੁਣ, ਕਿਉਂਕਿ ਸਰਕਾਰ ਨੇ ਜੋ ਸੁਨੇਹਾ ਘੱਲਿਆ ਉਸ ਦੇ ਉੱਤੇ ਹਾਲਾਂਕਿ ਕਹਿ ਰਹੇ ਨੇ ਕਿ ਅਸੀਂ ਸੰਤੁਸ਼ਟ ਨਹੀਂ ਹੈਗੇ, 5 ਰੁਪਏ ਤੱਕ ਜਿਹੜਾ ਹੈ ਇਹ ਕੰਮ ਹੋਣਾ ਚਾਹੀਦਾ ਹੈ। ਅੱਗੇ ਤਾਂ ਹੁਣ ਕੀ ਏਜੰਡਾ ਕੀ ਹੈਗਾ, ਕੀ ਇੱਥੇ ਧਰਨਾ ਇਸੇ ਤਰੀਕੇ ਨਾਲ ਚੱਲਦਾ ਰਹੂਗਾ? ਸਰਕਾਰ ਦੇ ਨੁਮਾਇੰਦਾ ਕੋਈ ਗੱਲਬਾਤ ਕਰਨ ਦੇ ਲਈ ਜੇਕਰ ਪਹੁੰਚਦਾ ਹੈ ਤਾਂ ਕੀ ਨੈਗੋਸ਼ੀਏਸ਼ਨਸ ਕਿੱਥੋਂ ਤੱਕ ਹੋਣਗੀਆਂ ਔਰ ਤੁਹਾਡੀ ਸਰਕਾਰ ਨੂੰ ਕੀ ਅਪੀਲ ਹੈਗੀ? ਨਹੀਂ, ਸਾਡੀ ਸਰਕਾਰ ਨੂੰ ਬਿਲਕੁਲ ਇੱਕੋ ਹੀ ਅਪੀਲ ਆ। ਅਸੀਂ ਕੋਈ ਵੱਧ ਨਹੀਂ ਮੰਗਿਆ, 7 ਰੁਪਏ ਕਿਹਾ ਸੀ। ਇਹ 5 ਰੁਪਏ ਰੇਟ ਦੇ ਉੱਤੇ ਅਸੀਂ ਸਹਿਮਤ ਹੋਵਾਂਗੇ ਕਿਉਂਕਿ ਸਾਡੀ ਸਰਵਾਈਵਲ 5 ਰੁਪਏ ਰੇਟ ਦੇ ਉੱਤੇ ਹੋਣੀ ਆ। ਇਸ ਕਰਕੇ ਸਰਕਾਰ ਨੂੰ ਸਾਡੀ ਮੰਗ ਮੰਨਣੀ ਪਊਗੀ, ਨਹੀਂ ਤਾਂ ਸਰਕਾਰ ਨੇ ਜੋ ਸਾਡੇ ਨਾਲ ਕਰਨਾ ਕਰ ਲਏ। ਅਸੀਂ ਤਾਂ ਆ ਕੇ ਬੈਠੇ ਗਏ ਹਾਂ, ਠੀਕ ਹੈ ਜੀ। ਇਹ ਤਾਂ ਸਰਕਾਰ ਦੇਖੇ ਹੁਣ, ਅਸੀਂ ਤਾਂ ਆ ਕੇ ਬੈਠ ਗਏ ਹਾਂ। ਅਸੀਂ ਆਪਦਾ ਰੇਟ ਲੈ ਕੇ ਜਾਣਾ ਜੀ। ਇੱਥੇ ਅੰਦਰ ਦੁੱਧ ਨਹੀਂ ਜਾਊਗਾ, ਸਮਾਨ ਨਹੀਂ ਜਾਊਗਾ ਤਾਂ ਪ੍ਰਭਾਵਿਤ ਪੂਰਾ ਪੰਜਾਬ, ਚੰਡੀਗੜ੍ਹ ਦੇ ਇਲਾਕਾ ਵੀ ਹੋਏਗਾ। ਹੁਣ ਅਸੀਂ ਮਰ ਰਹੇ ਹਾਂ ਤੇ ਕੀ ਕਰੀਏ ਜੀ? ਅਸੀਂ ਇਹਨੂੰ ਬਚਾਉਣ ਲਈ, ਅਦਾਰੇ ਨੂੰ ਬਚਾਉਣ ਲਈ ਇੰਨੇ ਸਾਲ ਲਾਏ ਆ। ਹੁਣ ਅਦਾਰਾ ਸਾਡੇ ਬਾਰੇ ਸੋਚੇ, ਨਹੀਂ ਤਾਂ ਹੁਣ ਅਸੀਂ ਤਾਂ ਇੰਨਾ ਜੇ ਇਹਦੇ ਬਾਰੇ ਸੋਚਣ ਲੱਗੇ ਅਸੀਂ ਤਾਂ ਮਰ ਹੀ ਜਾਣਾ। ਹੁਣ ਪਹਿਲਾਂ ਅਸੀਂ ਆਪਣੇ ਆਪ ਨੂੰ ਬਚਾਵਾਂਗੇ ਕਿ ਅਦਾਰੇ ਨੂੰ ਬਚਾਵਾਂਗੇ? ਹੁਣ ਅਦਾਰੇ ਨੂੰ ਬਚਾਇਆ, ਅਦਾਰੇ ਨੂੰ ਖੜਾ ਕੀਤਾ ਸਾਡੇ ਅਸੀਂ ਦੁੱਧ ਉਤਪਾਦਕਾਂ ਨੇ, ਤੇ ਹੁਣ ਅਦਾਰਾ ਸੋਚੇ ਵੀ ਅਸੀਂ ਫਾਰਮਰ ਨੂੰ ਕਿਵੇਂ ਬਚਾਉਣਾ। ਪਰ ਫਾਰਮਰ ਤਾਂ ਜ਼ਰੂਰ ਹੁਣ ਆਪਣੇ ਲਈ ਲੜੂਗਾ ਤੇ ਫਿਰ ਅਦਾਰੇ ਨੂੰ ਤਾਂ ਆਪੇ ਸੋਚਣਾ ਪਊਗਾ ਜੀ। ਤਾਂ ਕਹਿ ਰਹੇ ਨੇ ਕਿਸਾਨ ਆਪਣੇ ਲਈ ਲੜੂਗਾ ਔਰ ਅਸੀਂ ਅਦਾਰੇ ਨੂੰ ਕਹਿੰਦੇ ਖੜਾ ਕੀਤਾ ਹੈ, ਤਾਂ ਹੁਣ ਅਦਾਰੇ ਦਾ ਵੀ ਫਰਜ਼ ਬਣਦਾ ਹੈ ਕਿ ਸਾਡੇ ਨਾਲ ਖੜਨ ਔਰ ਜੋ ਮੰਗ ਹੈਗੀ ਇਹਨਾਂ ਦੀ ਖਾਸ ਤੌਰ ਦੇ ਉੱਤੇ ਕਿ ਜੋ ਸਰਕਾਰ ਦੇ ਵੱਲੋਂ ਸੁਨੇਹਾ ਘੱਲਿਆ ਗਿਆ ਕਿ ਉਹ 20 ਰੁਪਏ ਪ੍ਰਤੀ ਫੈਟ ਦੇ ਹਿਸਾਬ ਦੇ ਨਾਲ ਵਾਧਾ ਕਰ ਰਹੇ ਨੇ, ਉਸ ਦੇ ਹਿਸਾਬ ਨਾਲ ਕਹਿੰਦੇ 1 ਰੁਪਏ ਉਹ ਰੇਟ ਵਧਿਆ, ਸਾਨੂੰ ਘੱਟੋ ਘੱਟ 100 ਰੁਪਏ ਪ੍ਰਤੀ ਫੈਟ ਦੇ ਹਿਸਾਬ ਦੇ ਨਾਲ ਵਾਧਾ ਚਾਹੀਦਾ ਹੈ ਔਰ ਜਿਹੜਾ 5 ਰੁਪਏ ਦੇ ਉੱਤੇ ਜਾ ਕੇ ਅੱਗੇ ਵਾਧਾ ਹੁੰਦਾ ਹੋਇਆ ਨਜ਼ਰ ਆਊਗਾ। ਤਾਂ ਤਸਵੀਰਾਂ ਨੇ ਮੋਹਾਲੀ ਦੀਆਂ, ਤਸਵੀਰਾਂ ਵੇਖ ਸਕਦੇ ਹੋ। ਖਾਸ ਤੌਰ ਤੇ ਕਿਸਾਨ ਜੋ ਨੇ ਇੱਥੇ ਹੁਣ ਪੱਕਾ ਮੋਰਚਾ ਧਰਨਾ ਲਗਾ ਕੇ ਇੱਥੇ ਬੈਠ ਚੁੱਕੇ ਨੇ ਔਰ ਇਹ ਕਹਿ ਰਹੇ ਨੇ ਕਿ ਜਦ ਤੱਕ ਹੁਣ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਇੱਥੇ ਹੀ ਧਰਨਾ ਜੋ ਹੈ ਉਹ ਦਿੰਦੇ ਰਵਾਂਗੇ। ਵੇਰਕਾ ਮੋਹਾਲੀ ਜੋ ਪਲਾਂਟ ਹੈ ਉਸ ਦੇ ਬਾਹਰ ਇਹਨਾਂ ਦੇ ਵੱਲੋਂ ਪੱਕਾ ਮੋਰਚਾ ਲਾ ਦਿੱਤਾ ਹੈ ਔਰ ਜੇ ਇਸੇ ਤਰੀਕੇ ਨਾਲ ਮੋਰਚਾ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਦੁੱਧ ਦੀ ਸਪਲਾਈ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਸਰ ਪਊਗਾ ਔਰ ਨਾਲ ਹੀ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਪੈਂਦਾ ਹੋਇਆ ਨਜ਼ਰ ਆਊਗਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਮੋਹਾਲੀ।